average speed of electron at 0 Kelvin. Average speed, the number of electron possessing energy between U and U plus du. Energy interval U plus U and U plus du ਦੇ ਵਿੱਚ number of electrons ਕਿੰਨੇ ਆ nu du is equals to 3/2 n uf ਦੀ power minus 3/2 into u ਦੀ power 1/2 upon e ਦੀ power u minus uf upon kt plus 1। ਜੇ ਟੈਂਪਰੇਚਰ ਦੀ ਵੈਲਿਊ ਆਪਾਂ ਟੀ ਨੂੰ 0 ਪੁੱਟ ਕਰਾਂਗੇ ਦੈਨ ਯੂ ਦੀ ਵੈਲਿਊ ਲੈਸ ਦੈਨ ਔਰ ਇਕੁਅਲ ਟੂ ਹੋਏਗੀ ਯੂ ਐਫ ਈ ਦੀ ਪਾਵਰ ਯੂ ਪਲਸ ਯੂ ਮਾਈਨਸ ਯੂ ਐਫ ਅਪੋਨ ਕੇ ਟੀ ਇਜ਼ ਇਕਵਲਸ ਟੂ ਹੁਣ ਟੀ ਦੀ ਵੈਲਿਊ ਆਪਾਂ 0 ਪੁੱਟ ਕਰਾਂਗੇ ਠੀਕ ਹੈ 0 ਅਪੋਨ ਸਮਥਿੰਗ ਈ ਦੀ ਪਾਵਰ ਮਾਈਨਸ ਇਨਫਾਨਾਈਟ ਦੈਟ ਇਜ਼ ਇਕਵਲਸ ਟੂ 0 ਅਤੇ ਐਨ ਯੂ ਡੀ ਯੂ ਇਜ਼ ਇਕਵਲਸ ਟੂ ਕੀ ਆ ਜਾਏਗਾ 3/2 ਐਨ ਯੂ ਐਫ ਦੀ ਪਾਵਰ ਮਾਈਨਸ 3/2 ਯੂ ਦੀ ਪਾਵਰ 1/2 इंटू डी यू ਨੂੰ ਆਪਾਂ ਹਾਫ एम बी स्क्वायर पुट कर सकते हैं एम मास ऑफ इलेक्ट्रॉन एंड वी इट्स वेलोसिटी डी यू की आ जाएगा 1/2 एम इंटू 2 वी इंटू डी वी 2 ਦੇ ਨਾਲ 2 कैंसल दैन डी यू किस इक्वल आ जाएगा एम वी इंटू डी वी ਦੇ यू ਦੀ जगह ਤੇ ਆਪਾਂ यू एफ पुट करांगे यू एफ ਦੀ वैल्यू आ जाएगी हाफ एम वी एफ स्क्वायर वी एफ हैगी वेलोसिटी ऑफ इलेक्ट्रॉन एट फर्मी एनर्जी लैवल ਇਹ ਵਾਲੀ ਜਿਹੜੀ ਸਾਰੀ ਵੈਲਿਊ ਹੈ ਇਸ ਇਕੁਏਸ਼ਨ ਦੇ ਵਿੱਚ ਪੁੱਟ ਕਰਾਂਗੇ ਐਨ ਵੀ ਡੀ ਵੀ ਕਿਸ ਇਕੁਅਲ ਆ ਜਾਏਗਾ 3/2 ਐਨ ਯੂ ਐਫ ਦੀ ਵੈਲਿਊ ਪੁੱਟ ਕਰ ਸਕਦੇ ਹਾਂ ਹਾਫ ਐਮ ਵੀ ਐਫ ਸਕੇਅਰ ਦੀ ਪਾਵਰ ਮਾਈਨਸ 3/2 ਹਾਫ ਐਮ ਵੀ ਸਕੇਅਰ ਦੀ ਪਾਵਰ 1/2 ਇੰਟੂ ਐਮ ਵੀ ਇੰਟੂ ਡੀ ਵੀ ਐਨ ਵੀ ਡੀ ਵੀ ਕਿਸ ਇਕੁਅਲ ਹੈ 3n ਠੀਕ ਹੈ 3n ਵੀ ਐਫ ਦੀ ਪਾਵਰ ਮਾਈਨਸ 3 ਵੀ ਸਕੇਅਰ ਇੰਟੂ ਡੀ ਵੀ ਵੀ ए एवरेज वेलोसिटी हैगी है इलैक्ट्रॉन्स की एट 0 कैल्विन दैन भी ए आपां वैल्यू डिटरमाइन करांगे इस एन वी डी वी नूं आपां वी दे नाल मल्टीप्लाई करके उस नूं डिवाइड करांगे एन दे नाल दैन इंटीग्रेशन करनी है 0 तो लैके यू एफ तक दैन अपने कोले वैल्यू की आ जाएगी 3 VF दी पावर माइनस 3 इंटू VF दी पावर 4/4 दैन वी ए आ जाएगा एवरेज वेलोसिटी इज इक्वल टू 3/4 VF। नैक्सट है एम वी स्टैटिक्स एज अ स्पैशल केस ऑफ VE एंड FD स्टैटिक्स क्लासिकल स्टैट ਦੇ ਵਿੱਚ ਆਪਾਂ ਮੰਨ ਕੇ ਚੱਲਦੇ ਸੀ ਜਿਹੜੇ ਪੁਆਇੰਟ ਹੈ ਪਾਰਟੀਕਲਸ ਹੈਗੇ ਉਹ ਡਿਸਟਿੰਗੁਇਸ਼ੇਬਲ ਪਾਰਟੀਕਲ ਹੈ ਤੇ ਸਾਈਜ਼ ਹੈਗਾ ਜਿਹੜਾ ਫੇਸ ਸਪੇਸ ਸੈੱਲ ਦਾ ਉਹ ਸਮਾਨ ਰੱਖਿਆ ਸੀ ਆਪਾਂ ਸਪੇਸ ਨੂੰ ਆਪਾਂ ਡਿਵਾਈਡ ਕਰ ਸਕਦੇ ਹਾਂ ਵੈਰੀ ਲਾਰਜ ਨੰਬਰ ਆਫ ਸੈੱਲ ਦੇ ਵਿੱਚ ਤੇ ਈਚ ਸੈੱਲ ਦੇ ਵਿੱਚ ਇੱਕ ਪਾਰਟੀਕਲ ਵੀ ਹੋ ਸਕਦਾ ਹੈ ਕੰਟੇਨ ਇੱਕ ਪਾਰਟੀਕਲ ਕਰ ਸਕਦੇ ਆ ਔਰ ਨਾਟ ਵੀ ਹੋ ਸਕਦੇ ਆ ਇਸ ਵੇ ਦੇ ਨਾਲ ਪਾਰਟੀਕਲਸ ਨੂੰ ਕੈਨ ਬੀ ਨੰਬਰਡ ਇਨ ਟਰਮਸ ਆਫ ਨੰਬਰ ਆਫ ਸੈੱਲਸ ਐਂਡ ਦੇ ਕੈਨ ਬੀ ਡਿਸਟਿੰਗੁਇਸ਼ ਫਰੋਮ ਈਚ ਅਦਰ ਬਟ ਕੁਆਂਟਮ ਸਟੈਟਿਕ ਦੇ ਵਿੱਚ ਕੀ ਹੈ ਸਾਈਜ਼ ਆਫ ਜਿਹੜਾ ਸੈੱਲ ਹੈ ਉਹ ਕਾਂਟ ਵੀ ਲੈਸ ਦੈਨ ਹੋਣਾ ਚਾਹੀਦਾ ਪਲੈਂਕਸ ਕੌਂਸਟੈਂਟ ਨਾਲੋਂ ਦੈਨ ਜਿਹੜੇ ਨੰਬਰ ਆਫ ਸਪੇਸ ਸੈੱਲਸ ਹੈਗੇ ਉਹ ਲਿਮਟਿਡ ਹੈ ਅਤੇ ਹਰ ਇੱਕ ਸੈੱਲ ਦੇ ਵਿੱਚ ਮੋਰ ਦੈਨ ਜਿਹੜਾ 1 ਪਾਰਟੀਕਲ ਹੈ ਉਹ ਕੰਟੇਨ ਕਰ ਸਕਦੇ ਦੇਅਰਫੋਰ ਦੇ ਕਾਂਟ ਵੀ ਡਿਸਟਿੰਗੁਇਸ਼ ਉਹਨਾਂ ਨੂੰ ਆਪਾਂ ਡਿਸਟਿੰਗੁਇਸ਼ ਨਹੀਂ ਕਰ ਸਕਦੇ ਹੁਣ ਕਲਾਸੀਕਲ ਸਟੱਡੀ ਦੇ ਵਿੱਚ ਜਿਹੜੇ ਨੰਬਰ ਆਫ ਫੇਸ ਸਪੇਸ ਸੈੱਲ ਹੈ ਉਹ ਮੋਰ ਦੈਨ ਹੋਣਾ ਚਾਹੀਦਾ ਨੰਬਰ ਆਫ ਪਾਰਟੀਕਲਸ ਦੇ ਨਾਲੋਂ ਜੇ ਨੰਬਰ ਆਫ ਪਾਰਟੀਕਲਸ ਲਾਰਜ ਨਹੀਂ ਹੈ ਦੈਨ ਕੁਆਂਟਮ ਸਟੈਟਿਕ ਦੇ ਵਿੱਚ ਜਿਹੜੇ ਨੰਬਰ ਆਫ ਸੈੱਲਸ ਆਪਾਂ ਲੈ ਕੇ ਚੱਲਦੇ ਹੋ ਉਹ ਕਿਸ ਤੋਂ ਲਾਰਜ ਹੋਣਗੇ ਨੰਬਰ ਆਫ ਪਾਰਟੀਕਲਸ ਤੋਂ ਇਸ ਕੇਸ ਦੇ ਵਿੱਚ ਪਾਰਟੀਕਲਸ ਨੂੰ ਆਪਾਂ ਡਿਸਟਿੰਗੁਇਸ਼ ਕਰ ਸਕਦੇ ਹਾਂ ਦੈਨ ਰਿਜ਼ਲਟ ਆਫ ਕੁਆਂਟਮ ਸਟੈਟਿਕ ਸ਼ੁੱਡ ਵੀ ਸਿਮਿਲਰ ਦੈਨ ਕਲਾਸੀਕਲ ਸਟੈਟਿਕ ਕੁਆਂਟਮ ਸਟੈਟਿਕ ਦਾ ਜਿਹੜਾ ਰਿਜ਼ਲਟ ਆ ਬਿਲਕੁਲ ਸੇਮ ਆਵੇਗਾ ਜਿਵੇਂ ਕਲਾਸੀਕਲ ਔਰ ਐਮਬੀ ਸਟੈਟਿਕ ਦੇ ਵਿੱਚ ਕੀਤਾ ਸੀ ਐਫ ਡੀ ਡਿਸਟ੍ਰੀਬਿਊਸ਼ਨ ਫਾਰਮੂਲਾ ਕੀ ਹੈ ਐਨ ਯੂ ਡੀ ਯੂ ਇਜ਼ ਇਕਵਲ ਟੂ एन यू अपॉन ई दी पावर अल्फा इंटू ई दी पावर यू अपॉन के टी प्लस 1 इंटू डी यू बी ई डिस्ट्रीब्यूशन फार्मूला की एन यू डी यू इज इक्वल टू जी अपॉन ई दी पावर अल्फा इंटू ई दी पावर यू अपॉन के टी माइनस 1 इंटू डी यू एम बी डिस्ट्रीब्यूशन फार्मूला है एन यू डी यू इज इक्वल टू जी जू अपॉन ई दी पावर अल्फा इंटू ई दी पावर यू अपॉन के टी इंटू डी यू अगर अपने को ऑक्यूपेशन इंडैक्स की वैल्यू लो है एन यू अपॉन जी यू ਨੂੰ ਆਪਾਂ ਲਿਖਾਂਗੇ ਲੈਸ ਦੈਨ 1 ਦੈਨ ਇਸ ਦੇ ਲਈ ਜਿਹੜਾ ਅਬਵ ਐਕਸਪ੍ਰੈਸ਼ਨ ਹੈ ਐਫ ਡੀ ਸਟੈਟਿਕ ਦੇ ਵਿੱਚ ਉਹ ਟਰੂ ਹੋਏਗਾ ਸੇਮ ਰੀਜ਼ਨ ਦੇ ਨਾਲ ਬੀ ਸਟੈਟਿਕ ਦੇ ਵਿੱਚ ਵੀ ਇਹ ਰਿਜ਼ਲਟ ਟਰੂ ਹੋਏਗਾ ਅਗਰ ਆਪਾਂ +1 ਤੇ -1 ਨੂੰ ਨਿਗਲੈਕਟ ਕਰੀਏ ਇਸ ਦੇ ਵਿੱਚ ਦੈਨ
ए वाली की बन जाएगी ई दी पावर अल्फा इंटू ई दी पावर यू अपॉन के टी। ठीक है, ए थर्ड दे विच अपने कोल डिनोमीनेटर आ रहा मीनस ਜਦੋਂ ਆਪਾਂ ਫਾइंड करांगे लो ऑक्यूपेशन इंडैक्स ਦੇ ਲਈ एफ डी ਤੇ ਜਿਹੜੀ बी ई स्टैटिक्स है ਉਹ रिड्यूस हो जाएंगे एम वी स्टैटिक्स ਦੇ ਵਿੱਚ मीनस क्वांटम स्टैटिक्स रिड्यूस हो जाएगी क्लासिकल स्टैटिक ਦੇ ਵਿੱਚ। नैक्सट है गया कंपैरिजन बिटवीन एम बी एफ बी ई एंड एफ डी तीनों ਜਿਹੜੀਆਂ स्टैटिक्स है उन्होंने कंपैरिजन करांगे उन्होंने डिफरेंस की है वो देखांगे। फर्स्ट है पॉइंट है नेचर ऑफ पार्टिकल्स। एमबी स्टैटिक ਦੇ ਵਿੱਚ ਜਿਹੜੇ ਪਾਰਟੀਕਲਸ ਹੈਗੇ ਓਬੇ ਕਰ ਰਹੇ ਹੈ ਜਿਹੜੇ ਪਾਰਟੀਕਲ ਓਬੇ ਕਰ ਰਹੇ ਐਮਬੀ ਸਟੈਟਿਕਸ ਨੂੰ ਉਹ ਆਇਡੈਂਟੀਕਲ ਹੋਣਗੇ ਬਟ ਡਿਸਟਿੰਗੁਇਸ਼ੇਬਲ ਲੈ ਕੇ ਚੱਲਦੇ ਆ। ਬਟ ਬੀਈ ਸਟੈਟਿਕ ਦੇ ਵਿੱਚ ਤੇ ਐਫਬੀ ਸਟੈਟਿਕ ਐਫਡੀ ਸਟੈਟਿਕਸ ਦੇ ਵਿੱਚ ਪਾਰਟੀਕਲ ਇਨਡਿਸਟਿੰਗੁਇਸ਼ੇਬਲ ਹੋਣਗੇ। ਐਮਬੀ ਸਟੈਟਿਕ ਦੇ ਵਿੱਚ ਜਿਹੜਾ ਐਬਲੀਏਬਲ ਵੋਲਿਊਮ ਹੈਗਾ ਫੇਸ ਸਪੇਸ ਸੈੱਲ ਦਾ उसकी कोई भी वैल्यू हो सकती है ईवन जीरो ਨੂੰ भी अप्रोच कर सकता है। बट बीई तो एफ डी स्टैटिक एबलीएबल वॉल्यूम फेस स्पेस सैल का और लैस दैन होना चाहिए लैस दैन नहीं होना चाहिए प्लैंक्स कॉन्सटेंट के नाल। एम बी स्टैटिक के फेस हैगा उसनूं आपां लार्ज नंबर ऑफ सैल्स के डिवाइड कर सकते हैं। बट बीई एंड एफ डी स्टैटिक के नंबर ऑफ जोड़े सैल्स है फेस स्पेस ਦੇ ਵਿੱਚ ਆਪਾਂ ਐਵੇਂ ਡਿਵਾਈਡ ਕਰਾਂਗੇ ਉਹ ਲਿਮਿਟਡ ਹੋਣੇ ਚਾਹੀਦੇ ਤੇ ਉਹਨਾਂ ਦਾ ਜਿਹੜਾ ਵੋਲਿਊਮ ਹੈ ਉਹ ਕਾਂਟ ਵੀ ਲੈਸ ਦੈਨ ਹੋਣਾ ਚਾਹੀਦਾ ਐਚ ਕਿਊਬ ਦੇ ਨਾਲ। ਨੰਬਰ ਆਫ ਪਾਰਟੀਕਲਸ ਇਨ ਅ ਸੈਲ ਐਮ ਵੀ ਐਂਡ ਵੀ ਸਟੈਟਿਕ ਦੇ ਵਿੱਚ ਐਨੀ ਨੰਬਰ ਆਫ ਪਾਰਟੀਕਲ ਕੈਨ ਓਕੂਪਾਈ ਅ ਫੇਸ ਸਪੇਸ ਕੋਈ ਵੀ ਜਿਹੜਾ ਨੰਬਰ ਆਫ ਪਾਰਟੀਕਲ ਓਕੂਪਾਈ ਕਰ ਸਕਦਾ ਹੈ ਫੇਸ ਸਪੇਸ ਸੈਲ ਨੂੰ। ਬਟ ਐਫ ਡੀ ਸਟੈਟਿਕ ਦੇ ਵਿੱਚ ਨੋ ਫੇਸ ਸਪੇਸ ਸੈਲ ਕੈਨ ਕੰਟੇਨ ਮੋਰ ਦੈਨ वन ਪਾਰਟੀਕਲ। एक जोड़ा फेस स्पेस सैल है उस एक ही पार्टिकल हो सकता है ਜਾਂ ਉਹ वेकेंट हो सकती है एक तो ज़्यादा पार्टिकल कंटेन नहीं कर सकते। मैक्रो एंड माइक्रो स्टेट एम बी स्टैटिक के जी मैक्रो स्टेट है उसके मोर दैन वन माइक्रो स्टेट हो सकते हैं। बी ई तो एफ डी स्टैटिक के ईच माइक्रो स्टेट की सिर्फ वन ही माइक्रो स्टेट हो सकती है। रेडिएशन लॉ एम बी स्टैटिक्स कैन लेड टू रैले जीन्स लॉ इट गिव्स वेन्स लॉ। BE statics leads to Planck's law. The Rayleigh-Jeans law and Wien's law are special case of Planck's law. FD statics fails to give the Planck's law and hence can't be used to obtain the Rayleigh-Jeans law or Wien's law. Energy distribution. MB static ਦੇ ਵਿੱਚ energy distribution ਕੀ ਹੈ NU du is equals to GU upon e ਦੀ ਪਾਵਰ alpha into e ਦੀ ਪਾਵਰ u upon kt into du। बी स्टैटिक ਦੇ ਵਿੱਚ एन यू डी यू की वैल्यू की है जी यू अपॉन ई की पावर अल्फा ई की पावर यू अपॉन के टी -1 इंटू डी यू। एफ डी ਦੇ ਵਿੱਚ एन यू डी यू किस ਦੇ इक्वल है जी यू अपॉन ई की पावर अल्फा इंटू ई की पावर यू अपॉन के टी +1 ਦੇ इंटू डी यू ਦੇ। एम बी स्टैटिक ਦੇ ਵਿੱਚ ਜਿਹੜੀ एनर्जी ਉਹ क्वांटाइजेशन नहीं हो सकती। बी ई ਤੇ एफ डी स्टैटिक ਦੇ ਵਿੱਚ ਜਿਹੜੀ एनर्जी है वो की है क्वांटाइजेशन हो सकती है। ऑक्यूपेशन इंडेक्स ऑक्यूपेशन इंडेक्स की है एन आई अपॉन जी आई और डिपेंड कर रहा है मीन वैल्यू के उपर। ऑक्यूपेशन इंडेक्स की वैल्यू डिपेंड कर रही है मीन वैल्यू के उपर। एज की जी वैल्यू हैगी है बी ई स्टैटिक के एम बी स्टैटिक के एफ डी स्टैटिक्स के उसकी वैल्यू किमें वेरी करेगी एन आई अपॉन जी ई बी स्टैटिक के वैल्यू ग्रेटर दैन होएगी एन आई अपॉन जी आई एम बी के नालों एम बी की ग्रेटर दैन होएगी एन आई अपॉन जी आई एफ डी। मीनस एफ डी स्टैटिक के जी ऑक्यूपेशन इंडेक्स है सब तो लो होएगा तो सब तो हाई वैल्यू होएगी बी ई स्टैटिक के इन बिटवीन होएगी एम बी स्टैटिक्स के लिए।